ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫਸਟ ਆਫ ਆਲ ਮੈਂ ਉਹਨਾਂ ਸਾਰੇ ਵੀਵਰਸ ਨੂੰ ਥੈਂਕ ਯੂ ਬੋਲਾਂਗੀ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਦੇਖਿਆ, ਲਾਈਕ ਕੀਤਾ, ਕਮੈਂਟਸ ਦਿੱਤੇ ਨੇ ਤੇ ਸਬਸਕ੍ਰਾਈਬ ਵੀ ਕੀਤਾ ਹੈ। ਤੇ ਯਕੀਨ ਮੰਨਿਓ ਇਹਦੇ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲੀ ਹੈ। ਤੇ ਜਿਹੜੇ ਕਿਉਂਕਿ ਮੈਂ ਇੱਥੇ ਨਿਊ ਅਕਾਊਂਟ ਬਣਾਇਆ ਹੋਇਆ ਹੈ ਤੇ ਮੇਰੇ ਵਰਗੇ ਜਿੰਨੇ ਵੀ ਹੋਰ ਇੱਥੇ ਨਿਊ ਜਿਨ੍ਹਾਂ ਨੇ ਅਕਾਊਂਟ ਬਣਾਇਆ ਹੈ ਉਹਨਾਂ ਸਾਰਿਆਂ ਲਈ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਥੈਂਕ ਯੂ ਅਗੇਨ। ਅੱਜ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗੀ ਹਾਂ ਉਹ ਹੈ ਜੀ ਸਹਿਣਸ਼ੀਲਤਾ। ਸਹਿਣਸ਼ੀਲਤਾ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਡੇ ਚਰਿੱਤਰ ਦੇ ਗੁਣਾਂ ਦੇ ਵਿੱਚੋਂ ਇੱਕ ਗੁਣ ਹੈ। ਜੇ ਮੰਨ ਲਈਏ ਕਿ ਸਾਡੇ ਚਰਿੱਤਰ ਦਾ ਸਭ ਤੋਂ ਵੱਡਾ ਗੁਣ ਸਾਡੇ ਕਰੈਕਟਰ ਦਾ, ਜਿਹ 'ਚ ਸਹਿਣ ਸ਼ਕਤੀ ਹੈ, ਸਹਿਣਸ਼ੀਲਤਾ ਹੈ, ਉਹ ਬੰਦਾ ਕਾਮਯਾਬ ਹੈ। ਜਿਹ 'ਚ ਗੁਣ ਨਹੀਂ ਹੈ ਉਹ ਬੜੇ ਧੋਖੇ ਖਾਂਦਾ ਹੈ। ਮਿਹਨਤੀ ਹੋਣ ਦੇ ਬਾਵਜੂਦ ਵੀ ਉਸਨੂੰ ਕਦਰ ਨਹੀਂ ਮਿਲਦੀ। ਤੇ ਕਈ ਐਸੇ ਲੋਕ ਨੇ ਜਿਹੜੇ ਸਿਰਫ ਆਪਣੀ ਸਹਿਣਸ਼ੀਲਤਾ ਦੇ ਸਿਰ 'ਤੇ ਹੀ ਬਹੁਤ ਕੁਛ ਕਰ ਲੈਂਦੇ ਨੇ, ਸਾਰਿਆਂ ਨੂੰ ਹੈ ਨਾ ਆਪਣੇ ਪੱਖ 'ਚ ਕਰਦੇ ਨੇ ਤੇ ਸਭ ਦੇ ਪਿਆਰੇ ਬਣ ਜਾਂਦੇ ਨੇ। ਅਕਸਰ ਇਹੋ ਜਿਹੇ ਬੱਚੇ ਆਪਣੀ ਫੈਮਿਲੀ ਦੇ ਵਿੱਚ ਬੜੇ ਪਿਆਰੇ ਹੁੰਦੇ ਨੇ। ਸੋ ਸਹਿਣਸ਼ੀਲਤਾ ਜਿਹੜੀ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਲਫ਼ਜ਼ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਸਾਡੀ ਸਹਿਣਸ਼ੀਲਤਾ ਕਿੱਥੋਂ ਤੱਕ ਹੁੰਦੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਅਗਰ ਸਾਡੀ ਸੰਗਤ ਚੰਗੀ ਹੋਵੇ, ਗੱਲਬਾਤ ਚੰਗੀ ਹੋਵੇ, ਸਾਡੇ ਵਿਚਾਰ ਮਿਲਦੇ ਰਹਿਣ, ਜਿੱਥੇ ਮਤਲਬ ਇੱਕ ਬੈਲੈਂਸ ਬਣਿਆ ਰਹੇ, ਉੱਥੇ ਤੱਕ ਸਾਡੀ ਜਿਹੜੀ ਸਹਿਣਸ਼ੀਲਤਾ ਆ ਬਰਕਰਾਰ ਰਹਿੰਦੀ ਹੈ। ਅਸੀਂ ਖੁਸ਼ ਰਹਿੰਦੇ ਹਾਂ। ਤੇ ਇਹੋ ਜਿਹੇ ਲੋਕਾਂ ਦੇ ਨਾਲ ਅਸੀਂ ਫਿਰ ਰਹਿਣਾ ਚਾਹੁੰਦੇ ਹਾਂ ਨਾ। ਤੇ ਅਕਸਰ ਅਸੀਂ ਕਹਿੰਦੇ ਹਾਂ ਕਿ ਕਈ ਵਾਰੀ ਆਪਾਂ ਨੂੰ ਇਸ ਤਰ੍ਹਾਂ ਦਾ ਬੰਦਾ ਮਿਲ ਜਾਵੇ ਜਿਹ 'ਚ ਥੋੜ੍ਹਾ ਕੁਛ ਥੋੜ੍ਹਾ ਜ਼ਿਆਦਾ ਹੀ ਹੋਵੇ, ਓਵਰ ਹੀ ਹੋਵੇ, ਦੈਨ ਅਸੀਂ ਕਹਿੰਦੇ ਹਾਂ ਕਿ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ, ਮੈਂ ਇਸ ਨੂੰ ਸਹਿਣ ਨਹੀਂ ਕਰ ਸਕਦਾ। ਬਿਕਾਜ਼ ਕਿਉਂ ਨਹੀਂ ਕਰ ਸਕਦੇ? ਕਿਉਂਕਿ ਸਾਡੇ ਵਿੱਚ ਸਹਿਣਸ਼ੀਲਤਾ ਨਹੀਂ ਹੈ। ਸੋ ਅਸੀਂ ਇਹੋ ਜਿਹਾ ਬੰਦਾ ਦੇਖ ਕੇ ਘਬਰਾ ਜਾਂਦੇ, ਇੱਕ ਨੈਗੇਟਿਵਿਟੀ ਨਾਲ ਭਰ ਜਾਂਦੇ ਹਾਂ। ਜਦਕਿ ਸਹਿਣਸ਼ੀਲਤਾ ਦੀ ਸਭ ਤੋਂ ਵੱਧ ਲੋੜ ਸਾਨੂੰ ਕਿੱਥੇ ਹੁੰਦੀ ਹੈ? ਇੱਥੇ ਹੀ ਹੁੰਦੀ ਹੈ। ਜਿੱਥੇ ਸਾਨੂੰ ਬੁਰਾਈ ਦਾ ਸਾਹਮਣਾ ਕਰਨਾ ਪਵੇ, ਇਹਦਾ ਅਸਲੀ ਜਿਹੜਾ ਇਮਤਿਹਾਨ ਹੁੰਦਾ ਹੈ ਸਾਡਾ, ਉਦੋਂ ਹੀ ਹੁੰਦਾ ਹੈ। ਸੋ ਉਦੋਂ ਸਾਡੇ ਵਿੱਚ ਸਹਿਣਸ਼ੀਲਤਾ ਹੁੰਦੀ ਜਿਹੜੀ ਉਹ ਖਤਮ ਹੋ ਜਾਂਦੀ ਹੈ। ਕਿਸੇ ਬੰਦੇ ਨੇ ਇੱਕ ਵਰਡ ਕਹਿ ਤਾ, ਦੈਨ ਅਸੀਂ
ਗਲਤ ਵਰਡ ਕਹਿ ਤਾਂ ਦਿਨ ਅਸੀਂ ਗੁੱਸੇ ਨਾਲ ਪਾਗਲ ਹੋ ਜਾਂਦੇ ਹਾਂ, ਰਿਪਲਾਈ ਕਰਦੇ ਉਹਨੂੰ ਵੀ। ਸੋ ਐਵੇਂ ਦੀ ਸਿਚੁਏਸ਼ਨ ਦੇ ਵਿੱਚ ਮੈਂ ਇਹੀ ਕਹਾਂਗੀ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਬੰਦੇ ਨੂੰ ਜੇ ਇੱਕ ਗਲਤ ਹੈ ਤਾਂ ਸਾਨੂੰ ਵੀ ਉਹਦਾ ਉਵੇਂ ਰਿਪਲਾਈ ਨਹੀਂ ਕਰਨਾ ਚਾਹੀਦਾ, ਬਿਕਾਜ਼ ਅਸੀਂ ਵੀ ਫਿਰ ਉਹਦੇ ਬਰਾਬਰ ਹੀ ਹਾਂ। ਜੇ ਉਹ ਗਲਤ ਹੈ ਤਾਂ ਅਸੀਂ ਵੀ ਫਿਰ ਗਲਤ ਹੀ ਹੋਏ, ਬਿਕਾਜ਼ ਅਸੀਂ ਵੀ ਉਹਨੂੰ ਉਲਟਾ ਜਵਾਬ ਦੇ ਰਹੇ ਹਾਂ। ਸੋ ਇੱਥੇ ਸਾਨੂੰ ਕੀ ਕਰਨਾ ਚਾਹੀਦਾ ਹੈ? ਇੱਥੇ ਸਾਨੂੰ ਇੱਕ ਚੀਜ਼ ਇਹ ਕਰਨੀ ਚਾਹੀਦੀ ਹੈ ਕਿ ਸਾਨੂੰ ਉਸ ਬੰਦੇ ਤੋਂ ਜਾਂ ਤਾਂ ਪਾਸਾ ਵੱਟ ਜਾਓ ਜਾਂ ਫਿਰ ਸ਼ਾਂਤੀ ਨਾਲ ਉਹਦਾ ਰਿਪਲਾਈ ਕਰ ਸਕਦੇ, ਉਹਨੂੰ ਹੈਂਡਲ ਕਰ ਸਕਦੇ ਹੋ। ਸੋ ਕੁਝ ਹੱਦ ਤੱਕ ਉਸ ਸਿਚੁਏਸ਼ਨ ਨੂੰ ਸੰਭਾਲਿਆ ਜਾ ਸਕਦਾ ਹੈ। ਇਹ ਬੜੀ ਵੱਡੀ ਗੱਲ ਹੁੰਦੀ ਹੈ। ਸੋ ਛੋਟੀਆਂ ਮੋਟੀਆਂ ਲੜਾਈਆਂ ਦੇ ਵਿੱਚ ਜਿਹੜੀਆਂ ਚੱਲਦੀਆਂ ਹੀ ਰਹਿੰਦੀਆਂ ਨੇ, ਹੈ ਨਾ, ਉਹਨਾਂ ਦੇ ਵਿੱਚ ਸਹਿਣਸ਼ੀਲਤਾ ਦਾ ਹੋਣਾ ਐਟਲੀਸਟ ਉੱਥੇ ਤਾਂ ਰੱਖੀ ਜਾ ਸਕਦੀ, ਇੰਨਾ ਤਾਂ ਅਸੀਂ ਕਰ ਸਕਦੇ। ਸੋ ਇਸ ਤੋਂ ਵੱਡਾ ਬੈਸਟ ਰਿਪਲਾਈ ਜਿਹੜਾ ਉਹ ਬੰਦੇ ਨੂੰ ਕੋਈ ਨਹੀਂ ਹੈਗਾ। ਜੇ ਦੂਸਰਾ ਪਾਗਲ ਹੈ ਤਾਂ ਤੁਸੀਂ ਵੀ ਪਾਗਲ ਹੋ। ਆਪਣਾ ਬੈਲੈਂਸ ਨਾ ਖੋ, ਆਪਣਾ ਆਪਾ ਨਾ ਖੋ। ਇਹੀ ਤੁਹਾਡਾ ਬੈਸਟ ਰਿਪਲਾਈ ਹੈ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਮੇਰਾ ਸੁਜੈਸ਼ਨ ਚੰਗਾ ਲੱਗਿਆ ਹੋਵੇਗਾ। ਥੈਂਕ ਯੂ ਸੋ ਮਚ।